ਤੁਸੀਂ ਦੇਖ ਰਹੇ ਹੋ ਕਲਮ ਤਲਵਾਰ ਨਾਲੋਂ ਤਿੱਖੀ ਤੇ ਮੈਂ ਮਨਜੀਤ ਕੌਰ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ ਤੇ ਕਿਸਾਨਾਂ ਦੇ ਹੌਸਲੇ 7ਵੇਂ ਅਸਮਾਨ ਤੇ ਪਹੁੰਚ ਚੁੱਕੇ ਨੇ ਤੇ ਕਿਸਾਨਾਂ ਵੱਲੋਂ ਹੁਣ ਟਰੈਕਟਰ ਮਾਰਚ ਕੱਢਿਆ ਜਾਏਗਾ। ਗੱਲਬਾਤ ਕਰਦੇ ਹਾਂ ਕਿਸਾਨੀ ਮਸਲੇ ਨੂੰ ਲੈ ਕੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਪੱਤਰਕਾਰ ਸੁਨੀਲ ਹਿਮਾਚਲੀ ਜੀ। ਸੁਨੀਲ ਜੀ, ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਏਗਾ, ਕੀ ਲੱਗਦਾ ਟਰੈਕਟਰ ਮਾਰਚ ਦੇ ਨਾਲ ਸਿਆਸੀ ਮੌਸਮ 'ਚ ਬਦਲਾਅ ਆਏਗਾ? ਦੇਖੋ, ਸਿਆਸੀ ਮੌਸਮ ਤਾਂ ਮਨਜੀਤ ਕਿਹੋ ਜਿਹਾ ਬਣਿਆ ਹੋਇਆ ਅਸੀਂ ਕਹਿ ਵੀ ਨਹੀਂ ਸਕਦੇ। ਤੁਸੀਂ ਇੱਕ ਪੁਰਾਣੀ ਫਿਲਮ ਦੇਖੀ ਹੋਣੀ, ਉਹ ਫਿਲਮ ਦਾ ਅੱਜ ਮੈਨੂੰ ਡਾਇਲੋਗ ਯਾਦ ਆ ਗਿਆ ਜਦ ਰਾਘਵ ਚੱਡਾ ਨੇ ਕਿਹਾ ਕਿ ਪੰਜਾਬ ਦਾ ਬੱਚਾ ਅੱਜ ਆਪਣੀ ਬਾਂਹ ਤੇ ਲਿਖਾਉਣਾ ਚਾਹੁੰਦਾ ਕਿ ਸਾਡਾ ਸੀਐਮ ਜਿਹੜਾ ਉਹ ਗੱਦਾਰ ਆ ਜੀ। ਇੱਕ ਇਹੋ ਜਿਹੀ ਫਿਲਮ ਸ਼ਾਇਦ ਜਿਹੜੇ 1980 ਜਾਂ 90 ਦਸ਼ਕ ਦੇ ਜਿਹੜੇ ਟੀਵੀ ਵੇਖਦੇ ਹੋਣੇ 2005 6 ਜਾਂ 10 ਤੱਕ ਉਹਨਾਂ ਨੇ ਉਹ ਪੁਰਾਣੀ ਫਿਲਮ ਦੇਖੀ ਹੋਣੀ, ਜਿਹਦੇ ਦੇ ਵਿੱਚ ਇੱਕ ਅਦਾਕਾਰ ਜਿਹੜਾ ਸੀ ਉਹ ਪੁਰਾਣੀ ਬਾਲੀਵੁੱਡ ਦੀ ਫਿਲਮ 'ਚ ਵਿੱਚ ਜ਼ਿਕਰ ਸੀਗਾ ਕਿ ਮੇਰਾ ਬਾਪ ਚੋਰ ਹੈ। ਤੇ ਅੱਜ ਉਹੋ ਜਿਹਾ ਬਿਆਨ ਜਦ ਰਾਘਵ ਚੱਡਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦਾ ਬੱਚਾ ਆਪਣੀ ਬਾਂਹ ਤੇ ਲਿਖਾਣ ਨੂੰ ਤਿਆਰ ਆ ਕਿ ਸਾਡਾ ਸੀਐਮ ਜਿਹੜਾ ਉਹ ਗਦਾਰ ਆ, ਉਹਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਆ। ਗੱਲ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ ਦੀ, ਇਹ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਰਾਘਵ ਚੱਡਾ ਨੇ ਸਹਿ ਪ੍ਰਭਾਰੀ ਲਗਾਏ ਗਏ ਨੇ ਨਵੇਂ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਆ ਕੇ ਕਾਫੀ ਤੱਤੀਆਂ ਗੱਲਾਂ ਭਾਜਪਾ ਅਕਾਲੀ ਤੇ ਕਾਂਗਰਸ ਵਾਲਿਆਂ ਨੂੰ ਕਹਿ ਕੇ ਵੀ ਗਏ ਨੇ ਤੇ ਹੁਣ ਦਿੱਲੀ ਦੇ ਵਿੱਚ ਵੀ ਮਸਰੂਫ ਨੇ। ਹਾਲਾਂਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਲਗਾਤਾਰ ਸੰਪਰਕ 'ਚ ਨੇ ਤੇ ਕਿਸਾਨ ਅੰਦੋਲਨ ਦੇ ਵਿੱਚ ਆਮ ਆਦਮੀ ਪਾਰਟੀ ਸਾਰੀ ਕਹਿ ਰਹੀ ਹੈ ਕਿ ਅਸੀਂ ਸੇਵਾਦਾਰ ਹਾਂ, ਲੇਕਿਨ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਉਹ ਕੇਸ ਨੂੰ ਲੈ ਕੇ ਦਿੱਤਾ। ਕਿਹੜਾ ਮਸਲਾ ਸੀ ਆਓ ਸੁਣਦੇ ਹਾਂ, ਫਿਰ ਪੂਰੀ ਅੱਗੇ ਗੱਲਬਾਤ ਵੀ ਕਰਦੇ ਹਾਂ। आज कैप्टन साहब की इस गद्दारी को देखते हुए पंजाब का बच्चा अपने हाथ पे ये लिखवाने को तैयार है कि मेरा मुख्यमंत्री गद्दार है, कि मेरा चीफ मिनिस्टर गद्दार है। मेरे चीफ मिनिस्टर ने, कैप्टन अमरिंदर साहब ने पंजाब की आवाम के साथ, पंजाब के किसान के साथ, पंजाब की मिट्टी के साथ गद्दारी की है, अन्नदाता के साथ गद्दारी करी है। आज जो 50 से अधिक लोगों की शहादत सिंगू बॉर्डर पर हुई, दिल्ली की दहलीज पे हुई, टीकरी बॉर्डर पर आंदोलन करते हुई, आज वो 50 से अधिक शहादतों जिन परिवारों में हुई है, उन परिवार के लोग कैप्टन साहब से पूछते हैं कि आपने गद्दारी क्यों करी। 50 से अधिक शहादतें जो हुई, उनकी आत्मा आज कांग्रेस पार्टी से पूछती है कि आपने हमारे साथ ये गद्दारी क्यों करी, आपने ये 3 काले कानून क्यों लागू करे पंजाब में। और इसी के साथ साथ हम आम आदमी पार्टी की ओर से कैप्टन अमरिंदर साहब का इस्तीफे की मांग करते हैं, उनके रेजिग्नेशन की मांग करते हैं। उन्होंने झूठ बोला, आंख में धूल झोंकने का काम किया, कहा ये 3 काले कानून नहीं लागू होने दूंगा मैं, और अपने सूबे में, अपने राज्य में कांग्रेस पार्टी के मुख्यमंत्री अमरिंदर सिंह ने इन 3 काले कानूनों को लागू किया। कांग्रेस पार्टी भी एक्सपोज हो गई, कैप्टन अमरिंदर भी एक्सपोज हो गए, और हम कैप्टन अमरिंदर साहब के इस्तीफे की मांग करते हैं। ਵੇਖੋ ਮਨਜੀਤ, ਤੁਸੀਂ ਬਿਆਨ ਸੁਣਿਆ, ਬਿਆਨ ਦੇ ਵਿੱਚ ਰਾਘਵ ਚੱਡਾ ਨੇ ਸਿੱਧੇ ਤੌਰ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਨਾਲੇ ਉਹਨਾਂ ਨੇ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਪੇਸ਼ ਕੀਤਾ। ਹਾਲਾਂਕਿ ਰਾਘਵ ਚੱਡਾ ਪੂਰੇ ਐਕਟਿਵ ਨੇ ਕਿਉਂਕਿ ਕਿਤੇ ਨਾ ਕਿਤੇ ਜ਼ਮੀਨੀ ਧਰਾਤਲ ਆਪਣਾ ਮਜ਼ਬੂਤ ਕਰ ਰਹੀ ਹੈ ਇਸ ਵਕਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਤਾਂ ਸ਼ਾਇਦ ਉਹਦੇ ਕਰਕੇ ਵੀ ਇਹੋ ਜਿਹਾ ਬਿਆਨ ਆਖਿਰ ਬੋਲ ਹੀ ਜਾਂਦੇ ਨੇ। ਤੇ ਹੁਣ ਜਿਹੜੀਆਂ ਸਥਿਤੀਆਂ ਬਣ ਰਹੀਆਂ, ਤੁਸੀਂ ਟਰੈਕਟਰ ਮਾਰਚ ਦੀ ਵੀ ਗੱਲ ਕੀਤੀ, ਟਰੈਕਟਰ ਮਾਰਚ ਤੇ ਆਊਂਗਾ, ਫਿਰ ਇਹ ਰਾਘਵ ਚੱਡਾ ਨੇ ਕਿਉਂ ਬਿਆਨ ਦਿੱਤੇ, ਕਿਉਂ ਇਹੋ ਜਿਹੀਆਂ ਸਥਿਤੀਆਂ ਉਤਪੰਨ ਹੋ ਗਈਆਂ, ਉਹਦੇ ਤੇ ਵੀ ਆਊਂਗਾ। ਲੇਕਿਨ ਦੇਖੋ, ਟਰੈਕਟਰ ਮਾਰਚ ਕੱਢਿਆ ਜਾਣਾ ਥੋੜੇ ਵਕਤ ਬਾਅਦ ਜਿਹੜਾ 43ਵਾਂ ਦਿਨ ਕਿਸਾਨ ਅੰਦੋਲਨ ਦਾ ਸ਼ੁਰੂ ਹੋਣ ਵਾਲਾ ਤੇ ਅੱਜ ਬੀਬੀਆਂ ਵੀ ਟਰੈਕਟਰ ਮਾਰਚ 'ਚ ਸ਼ਾਮਿਲ ਹੋਣਗੀਆਂ। ਹਾਲਾਂਕਿ ਰਿਹਰਸਲ ਕਰ ਲਿੱਤੀ ਗਈ ਆ ਤੇ ਮਨਜੀਤ ਨਾਲ ਦੀ ਨਾਲ ਮੈਂ ਤਸਵੀਰਾਂ ਵੀ ਦੱਸੂਗਾ ਟਰੈਕਟਰ ਮਾਰਚ ਦੀਆਂ ਜਿਹੜੀ ਰਿਹਰਸਲ ਕੀਤੀ ਗਈ ਆ, ਜਿਹੜੀਆਂ ਬੀਬੀਆਂ ਜਿਹੜੀਆਂ ਸਿੰਘੂ ਬਾਰਡਰ ਜਾਂ ਜਿਹੜਾ ਗਾਜ਼ੀਪੁਰ ਬਾਰਡਰ ਜਾਂ ਟਿਕਰੀ ਬਾਰਡਰ ਉੱਥੇ ਤੇ ਪਹੁੰਚ ਰਹੀਆਂ ਨੇ। ਰਿਹਰਸਲ ਪੂਰੀ ਹੋ ਰਹੀ ਆ। ਹੁਣ 7 ਤਰੀਕ ਨੂੰ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੋ ਰਹੀ ਆ ਤੇ ਉਹਨਾਂ ਨੂੰ ਠੋਕਮਾ ਜਵਾਬ, ਮੂੰਹ ਤੇ ਜਵਾਬ ਹੋਏਗਾ ਕਿ ਅਸੀਂ ਕਿੰਨਾ ਕੀ ਇਕੱਠ ਕਰ ਸਕਦੇ ਨੇ। ਜਦ ਦੇਖੋ ਘਰ ਦੀਆਂ ਬੀਬੀਆਂ ਕੰਮਕਾਜ ਛੱਡ ਕੇ ਸਾਰੇ ਉੱਥੇ ਧਰਨੇ ਤੇ ਬਹਿ ਗਈਆਂ ਨੇ, ਉਹਨਾਂ ਨੂੰ ਵੀ ਮਨਜੀਤ ਫਿਕਰ ਆ ਕਿ ਸਾਡੀ ਘਰ ਦੀ ਰੋਜੀ ਰੋਟੀ ਕਿਵੇਂ ਚੱਲਣੀ ਆ। ਹਾਲਾਂਕਿ ਦੇਖੋ, ਜਿੰਨੇ ਦਿਨ
ਅੰਦੋਲਨ ਚੱਲਣਾ ਉਹਨੇ ਦਿਨ ਤਾਂ ਉੱਥੇ ਖਾ ਲੈਣਗੇ, ਉੱਥੇ ਸਮਾਜ ਸੇਵੀ ਸੰਸਥਾ ਵੀ ਹੈਗੀਆਂ, ਕੱਲਾ ਬੰਦਾ ਉੱਥੇ ਡਟਿਆ ਹੋਇਆ, ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੂੰ ਚਿੰਤਾ। ਲੇਕਿਨ ਸਰਕਾਰ ਦੇ ਜਿਹੋ ਜਿਹੇ ਨੁਮਾਇੰਦੇ ਕੁਛ ਇੱਕ ਹੈਗੇ, ਉਹ ਕਹਿੰਦੇ ਨੇ ਕਿ ਇੱਥੇ ਕਿਸਾਨ ਜਿਹੜੇ ਨੇ ਪਿਕਨਿਕ ਮਨਾ ਰਹੇ ਨੇ, ਤੇ ਉਹਨਾਂ ਨੂੰ ਉਹ ਤਸਵੀਰਾਂ ਵਾਇਰਸ ਵਾਲੀਆਂ ਤੇ ਮੀਂਹ ਵਾਲੀਆਂ ਵੀ ਵੇਖਣੀਆਂ ਚਾਹੀਦੀਆਂ, ਜਿਹਦੇ ਵਿੱਚ ਉਹਨਾਂ ਦੇ ਸਰ ਢਕਾਉਣ ਨੂੰ ਕਿੱਦਾਂ ਦੀ ਉਹ ਸਥਿਤੀ ਦੇ ਵਿੱਚ ਨਿਕਲ ਰਹੇ ਨੇ। ਤੇ ਜਿਹੜਾ ਹਾਈਵੇ ਆ ਉਧਰ ਹਾਈਵੇ ਤੇ ਜਦ ਰਾਤ ਨੂੰ ਮੀਂਹ ਪਿਆ ਤਾਂ ਉਹਨਾਂ ਨੂੰ ਸੁੱਕੀ ਥਾਂ ਨਾ ਲੱਭੇ ਕਿੱਥੇ। ਹੁਣ ਤਾਂ ਹਾਲਾਂਕਿ SGPC ਵਾਲੇ ਨੇ ਵੀ, DSGPC ਵਾਲੇ ਜਿਹੜੇ ਦਿੱਲੀ ਵਾਲੇ ਨੇ, ਉਹਨਾਂ ਨੇ ਵੀ ਖਾਸੀਆਂ ਬੱਸਾਂ ਦਾ ਪ੍ਰਬੰਧ ਕਰਤਾ, ਉੱਥੇ ਜਿਹੜੇ ਸੌਣ ਲਈ ਚੰਗੇ ਪ੍ਰਬੰਧ ਕਰਤੇ, ਬੱਸਾਂ ਦਾ ਇੰਤਜ਼ਾਮ ਕਰਤਾ। 25 ਤੋਂ ਬਾਅਦ ਬੱਸਾਂ ਜਿਹੜੀਆਂ ਨੇ ਉਹ ਸਿਰਸਾ ਨੇ ਆਪ ਉੱਥੇ ਭਜਵਾਈਆਂ ਨੇ। ਹਾਲਾਂਕਿ ਦੇਖੋ ਇਹੋ ਜਿਹੀਆਂ ਸਥਿਤੀਆਂ ਜਦ ਪੈਦਾ ਹੋ ਰਹੀਆਂ, ਇਹੋ ਜਿਹੀਆਂ ਤਸਵੀਰਾਂ ਜਦ ਆ ਰਹੀਆਂ ਤਾਂ ਸੋਚਣ ਦੀ ਬਲ ਮਜਬੂਰ ਕਰ ਰਹੀਆਂ ਨੇ। ਹੁਣ 7 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਆ, ਕੁਝ ਕੀ ਘੰਟੇ ਰਹਿ ਗਏ ਨੇ, ਤੇ ਕੁਝ ਕੀ ਘੰਟੇ ਬਾਅਦ 8 ਤਰੀਕ ਆ। 8 ਤਰੀਕ ਦੀ ਮੁੜ ਤੋਂ ਮੀਟਿੰਗ ਹੋਣੀ ਆ, ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਣੀ ਹੈ, ਇਹ ਅਜੇ ਭਵਿੱਖ ਦੀ ਕੁੱਖ ਦੇ ਵਿੱਚ ਆ। ਲੇਕਿਨ ਜਿਸ ਤਰੀਕੇ ਨਾਲ ਤੁਸੀਂ ਟਰੈਕਟਰ ਮਾਰਚ ਦੀਆਂ ਤਸਵੀਰਾਂ ਵੀ ਦੇਖੀਆਂ, ਮਹਿਲਾਵਾਂ ਕਿੱਦਾਂ ਆ ਰਹੀਆਂ, ਕਿੱਦਾਂ ਕੀ ਕੁਝ ਸਥਿਤੀ ਬਣ ਰਹੀ ਆ, ਤੇ ਹੁਣ ਜਿਹੜੀਆਂ ਤਸਵੀਰਾਂ ਕੱਲ ਵੇਖਣ ਵਾਲੀਆਂ ਹੋਣੀਆਂ ਨੇ, ਜਿਹੜਾ ਟਰੈਕਟਰ ਮਾਰਚ ਕੱਢਿਆ ਜਾਣਾ, ਉਹ ਸਾਰਿਆਂ ਦੀਆਂ ਨਿਗਾਹਾਂ ਨੇ। ਦੇਖੋ ਤੇ ਦੂਜੇ ਪਾਸੇ ਮਨਜੀਤ ਜਿਹੜੀਆਂ ਸਟੇਜਾਂ ਲੱਗੀਆਂ ਹੋਈਆਂ, ਮੇਰੇ ਕੋਲ ਇਹੋ ਜਿਹਾ ਬਿਆਨ ਇੱਕ ਸਾਹਮਣੇ ਆਇਆ, ਇੱਕ ਬੱਚੇ ਦਾ ਬਿਆਨ ਆ। ਉਹ ਬੱਚੀ ਕਿਸ ਤਰੀਕੇ ਨਾਲ ਕਹਿ ਰਹੀ ਆ ਕਿ ਮੈਂ ਨਾਰਾਜ਼ ਹੋ ਜਾਣਾ ਸੀ ਤੇ ਮੇਰੇ ਪਿਓ ਨੂੰ ਉਹਦਾ ਜਵਾਬ ਦੇਣਾ ਮੁਸ਼ਕਿਲ ਹੋ ਜਾਣਾ ਸੀ, ਜੇ ਅਗਰ ਮੈਂ ਵੱਡੀ ਹੁੰਦੀ, ਜੇ ਅਗਰ ਮੈਨੂੰ ਲੈ ਕੇ ਨਾ ਆਂਦੇ। ਜਦ ਉਹਨੇ ਇੱਕ ਸੋਸ਼ਲ ਮੀਡੀਆ ਤੇ ਅੱਜ ਕੱਲ ਨਾ ਬੱਚੀ ਦਾ ਬਿਆਨ ਕਾਫੀ ਵਾਇਰਲ ਹੋ ਰਿਹਾ, ਤੇ ਉਹ ਬੱਚਿਆਂ 'ਚ ਵੀ ਅੱਜ ਕੱਲ ਨੌਜਵਾਨਾਂ ਨੂੰ ਤਾਂ ਕਿੱਥੇ ਸੱਦਾ ਮਿਲ ਹੀ ਰਿਹਾ, ਬੱਚੇ ਵੀ ਹੁਣ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਉਹ ਬੱਚੀ ਦੀ ਬਿਆਨ ਮਨਜੀਤ ਸੁਣਾ ਦਈਏ, ਫਿਰ ਉਸ ਤੋਂ ਅੱਗੇ बढ़ते हैं। जी, हमारी लड़ाई इन 3 काले कानूनों के साथ साथ सत्ता, बिकाऊ मीडिया, ढेरों गलत जानकारियां और हाड़ पिघलाती सर्दी से भी है। यकीन मानना, अगर आज मैं यहाँ पर नहीं आती तो मैं मेरे पापा को बार बार शर्मिंदा करती कि मैं तो छोटी बच्ची थी, अकेले सफर नहीं कर सकती थी। लेकिन आप तो खुद एक किसान हो, आप क्यों नहीं गए? कीमत छेड़ किसान को, कीमत छेड़ किसान को, लड़ना मुश्किल होगा, वरना ऐसा लिखेंगे इतिहास कि पढ़ना मुश्किल होगा। यहाँ पर उपस्थित सभी किसान योद्धाओं, माताओं, बहनों को मैं दिल की गहराइयों से सलाम करती हूँ। आज इस किसान महाभारत को ਮਨਜੀਤ ਤੁਸੀਂ ਇਹ ਬੱਚੇ ਦਾ ਬਿਆਨ ਸੁਣਿਆ, ਦੇਖੋ ਕਿੰਨੇ ਹੌਸਲੇ ਵਾਲਾ ਬਿਆਨ ਇਸ ਬੱਚੇ ਨੇ ਕਿਹਾ, ਕਿੰਨੇ ਵਿਚਾਰ ਆਪਣੇ ਸਾਫ਼ ਲਫ਼ਜ਼ਾਂ 'ਚ ਕਹੇ ਨੇ, ਆਪਣੀਆਂ ਭਾਵਨਾਵਾਂ ਕਿਵੇਂ ਜ਼ਾਹਿਰ ਕੀਤੀਆਂ ਨੇ। ਇਹੋ ਜਿਹੀਆਂ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੇ ਕਿੱਸੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ। ਨਾਲ ਦੀ ਨਾਲ ਇੱਕ ਵੀਡੀਓ ਇਹੋ ਜਿਹੀ ਵੀ ਦਿਖਾਊਂਗਾ ਮੈਂ ਅੱਜ, ਕਿਉਂਕਿ ਜਦ ਟਰੈਕਟਰ ਮਾਰਚ ਕੱਢਿਆ ਜਾਣਾ ਤਾਂ ਮੈਂ ਜਦ ਇਹੋ ਜਿਹੀਆਂ ਵੀਡੀਓ ਤਸਵੀਰਾਂ ਮੇਰੇ ਕੋਲ ਆ ਰਹੀਆਂ ਸੀ ਤਾਂ ਤੁਸੀਂ ਅਕਸਰ ਵੇਖਿਆ ਹੋਣਾ ਕਿ ਜਦ ਹਰਿਦੁਆਰ ਜਾਂਦੇ ਨੇ ਜਾਂ ਜਦ ਸੋਮਵਾਰ ਲੱਗਦੇ ਨੇ, ਉਹਨਾਂ ਸੋਮਵਾਰਾਂ ਦੇ ਵਿੱਚ ਜਦ ਹਰਿਦੁਆਰ ਵੱਲ ਨੂੰ ਜਿਹੜੇ ਸ਼ਿਵਜੀਆਂ ਦੀਆਂ ਮੂਰਤੀਆਂ ਲੈ ਕੇ ਮੋਢੇ ਤੇ ਚੱਕ ਕੇ ਭਜਦੇ ਨੇ, ਕਾਂਵੜ ਯਾਤਰਾ ਜਿਹਨੂੰ ਕਹਿੰਦੇ ਨੇ ਹਿੰਦੂ ਧਰਮ 'ਚ, ਉਹਦੀ ਕਾਂਵੜ ਯਾਤਰਾ ਜਦ ਕੱਢੀ ਜਾਂਦੀ ਆ ਤਾਂ ਉਸ ਦੇ ਵਿੱਚ ਜਿਹੜਾ ਗੰਗਾ ਜਲ ਹੁੰਦਾ ਜਾਂ ਜਿਹੜੀ ਸ਼ਿਵਲਿੰਗ ਹੁੰਦੀ ਆ ਜਾਂ ਜੋ ਕੁਛ ਉਹਨਾਂ ਦੇ ਆਪਣੇ ਆਪਣੇ ਤੌਰ ਤਰੀਕੇ ਨੇ ਵੱਖ-ਵੱਖ ਸੂਬਿਆਂ 'ਚ, ਤੇ ਉਹਦੇ ਵਿੱਚ ਭਜਦੇ ਨੇ ਉਸ ਕਾਂਵੜ ਨੂੰ ਲੈ ਕੇ, ਉਹ ਸਾਰੇ ਭਜਦੇ ਨੇ, ਉਹਨੂੰ ਨੀਚੇ ਨਹੀਂ ਰੱਖਦੇ, ਇੱਕ ਦੂਜੇ ਦੇ ਉੱਤੇ ਫੜਾਉਂਦੇ ਨੇ। ਤਾਂ ਉਹੀ ਚੀਜ਼ ਇੱਕ ਹਲ ਲੈ ਕੇ ਬੰਦਾ ਭੱਜ ਰਿਹਾ, ਨਾਲ ਦੀ ਨਾਲ ਤਸਵੀਰਾਂ 'ਚ ਤੁਸੀਂ ਵੇਖ ਵੀ ਰਹੇ ਹੋ। ਇਹ ਤਸਵੀਰਾਂ ਵੀ ਵੇਖਣ ਵਾਲੀਆਂ ਨੇ ਕਿ ਇੱਕ ਹਲ ਮੁੰਡੇ ਤੇ ਰੱਖ ਕੇ ਜਿਹੜਾ ਉਹ ਕਿੱਦਾਂ ਇੱਕ ਬੰਦਾ ਭੱਜ ਰਿਹਾ, ਫਿਰ ਉਸ ਤੋਂ ਦੂਜਾ ਬੰਦਾ ਲੈਂਦਾ। ਤਾਂ ਇਹੋ ਜਿਹੀਆਂ ਤਸਵੀਰਾਂ ਮਨਜੀਤ ਦੇਖਣ ਵਾਲੀਆਂ ਨੇ ਕਿ ਕਿਸਾਨੀ ਜਿੱਥੇ ਲੋਕਾਂ ਲਈ ਪਹਿਲਾਂ ਰੋਜ਼ਗਾਰ ਦਾ ਸਾਧਨ ਸੀਗਾ, ਭੁੱਖ ਦਾ ਸਾਧਨ ਸੀਗਾ, ਤੇ ਹੁਣ ਦੇਖੋ ਕਿਸਾਨੀ ਧਰਮ ਵੀ ਬਣ ਗਿਆ। ਕਹਿੰਦੇ ਕਰਮ ਹੀ ਸਾਡਾ ਧਰਮ ਆ, ਤੇ ਇਹ ਕਰਮ ਤੇ ਧਰਮ ਅੱਜ ਦੇਖੋ ਸਾਰੀਆਂ ਚੀਜ਼ਾਂ ਕਿਸਾਨੀ ਦੇ ਵਿੱਚ ਇੱਕੋ ਮੰਚ ਹੇਠ, ਮੈਂ ਕਹਿ ਰਿਹਾ ਕਿ ਇੱਕ ਕਰ ਦੇ ਨੀਚੇ। ਅੱਜ ਕੱਲ ਤਾਂ ਕੋਠਿਆਂ ਦਾ ਟਾਈਮ ਹੋ ਗਿਆ, ਦੂਜੇ ਬਿਲਡਿੰਗਾਂ ਦੂਜੀਆਂ ਬਣ ਗਈਆਂ, ਉਹ ਵੀ ਟਾਈਮ ਲੋਕਾਂ ਨੇ ਵੇਖਿਆ ਹੋਣਾ ਜਦ ਪਰਾਲੀ ਵਾਲੇ ਕੋਠੇ ਬਣਾਏ ਜਾਂਦੇ ਸੀ, ਘਰ ਦੀਆਂ ਛੱਤਾਂ ਜਿਹੜੀਆਂ ਬਣਾਈਆਂ ਜਾਂਦੀਆਂ ਸੀ ਤੇ ਕੱਚੇ ਮਕਾਨ ਹੁੰਦੇ ਸੀ, ਉਹ ਵੀ ਲੋਕਾਂ ਨੇ ਵਕਤ ਵੇਖਿਆ ਹੋਣਾ। ਤੇ ਅੱਜ ਉਹੀ ਟਾਈਮ ਜਿਹੜਾ ਦੇਖੋ ਤੰਬੂ ਵੇਸਕ ਬਣ ਗਏ ਨੇ, ਤੇ ਜਿਸ ਤਰੀਕੇ ਨਾਲ ਹਲ ਨੂੰ ਕਾਂਵੜ ਦੀ ਥਾਂ ਯੂਜ਼ ਕਰਿਆ ਜਾ ਰਿਹਾ, ਤਾਂ ਕਿੱਥੇ ਨਾ ਕਿੱਥੇ
ਅੱਜ ਹਲ ਯਾਤਰਾ ਇਹਨੂੰ ਕਹਿ ਸਕਦੇ ਨੇ ਕਿ ਹਲ ਯਾਤਰਾ ਇਹਨਾਂ ਨੌਜਵਾਨ ਜਿਹੜੇ ਤਸਵੀਰਾਂ 'ਚ ਵਿੱਚ ਦਿਖ ਰਹੇ ਨੇ ਤੇ ਜਿਸ ਤਰੀਕੇ ਨਾਲ ਮਤਲਬ ਏਕਤਾ ਤੇ ਅਖੰਡਤਾ ਦਿਖ ਰਹੀ ਆ, ਏਕਤਾ ਦੀਆਂ ਭਾਵਨਾ, ਅਲੱਗ-ਅਲੱਗ ਧਰਮ ਦੇ ਲੋਕ, ਅਲੱਗ-ਅਲੱਗ ਜਾਤੀ ਦੇ ਲੋਕ ਇੱਥੇ ਜਦ ਸਮੂਲੀਅਤ ਦੇ ਰਹੇ ਨੇ, ਇਸ ਅੰਦੋਲਨ ਦੇ ਵਿੱਚ ਪੂਰਾ ਯੋਗਦਾਨ ਦੇ ਰਹੇ ਨੇ ਤੇ ਇਹ ਤਸਵੀਰਾਂ ਦੇਖਣ ਵਾਲੀਆਂ ਨੇ। ਤੇ ਇਹਨਾਂ ਤਸਵੀਰਾਂ ਨਾਲ ਮਨਜੀਤ ਇੱਕ ਮੈਂ ਬਿਆਨ ਸੁਣਾਉਂਗਾ, ਉਹ ਬਾਬੇ ਦੀ ਹਿੰਮਤ ਦੇਖੋ। ਹਾਲਾਂਕਿ ਉਹ ਬਾਬਾ ਜਿਹੜਾ ਉਹ ਪੰਜਾਬ ਤੋਂ ਦਿੱਲੀ ਬਾਰਡਰ ਤੱਕ ਪਹੁੰਚ ਚੁੱਕਿਆ, ਲੇਕਿਨ ਉਹ ਬਾਬੇ ਦੀ ਇੱਕ ਬਾਹ ਨਹੀਂ ਹੈਗੀ ਆ। ਉਹ ਸਾਈਕਲ ਤੇ ਟਰੈਵਲ ਕਰ ਰਿਹਾ, ਪੂਰਾ ਸਾਈਕਲ ਤੇ ਟਰੈਵਲ ਕੀਤਾ ਉਹਨੇ ਤੇ ਉਹਨੇ ਜਿਹੜੀਆਂ ਗੱਲਾਂ ਕਹੀਆਂ, ਜਿਹੜਾ ਉਹਦਾ ਸ਼ਾਇਰਾਨਾ ਅੰਦਾਜ਼ ਸੀ, ਮੈਨੂੰ ਲੱਗਦਾ ਲੋਕਾਂ ਨੇ ਜੇਕਰ ਉਹਦਾ ਸ਼ਾਇਰਾਨਾ ਅੰਦਾਜ਼ ਸੁਣ ਰਿਹਾ ਤਾਂ ਉਹਨਾਂ ਨੂੰ ਥੋੜੀ ਦੇਰ ਲਈ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਦੀ ਸ਼ਾਇਰੀ ਵੀ ਭੁੱਲ ਜਾਣੀ। ਕਿਸ ਤਰੀਕੇ ਨਾਲ ਉਹਨਾਂ ਨੇ ਘੁਮਾ ਫਿਰਾ ਕੇ ਜਿਹੜੀ ਆ ਡਾਇਰੈਕਟ ਕੇਂਦਰ ਸਰਕਾਰ ਨੂੰ ਜਿਹੜਾ ਉਹ ਠੋਕਮਾ ਜਵਾਬ ਦਿੱਤਾ ਤੇ ਆਪਣੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਗੱਲ ਕਹੀ ਆ। ਜੀ ਇੱਕ ਹੱਥ ਹੈ ਨਹੀਂ ਤਾਂ ਇੱਕ ਹੱਥ ਨਾਲ ਸਾਈਕਲ ਚਲਾ ਕੇ ਉਹ ਵੀ ਦਿੱਲੀ ਜਾਣਾ। ਤੁਹਾਨੂੰ ਸਲੂਟ ਹੈ ਜੀ ਬਹੁਤ। ਬਸ ਮੈਂ ਮੇਰੇ ਕੋਲ ਸ਼ਬਦ ਨਹੀਂ, ਮੈਂ ਭਾਵਕ ਹੋ ਗਿਆ ਤੇ ਨਜ਼ਾਰਾ ਆ ਗਿਆ, ਸੱਚੀ ਕਹਿਣਾ ਹਨਾ। ਇਹੀ ਕਹਿੰਦੇ ਵੀ ਬਾਬਾ ਸਾਡੀ ਜਿੱਤ ਕਰੇ ਤੇ ਸਾਡੇ ਅਸੀਂ ਹੱਲਣਾ ਵੀ ਉਦੋਂ ਆ ਜਦੋਂ ਕਾਨੂੰਨ ਵਾਪਸ ਹੋਣਗੇ। ਹੁਣ ਤੁਸੀਂ ਮੁੜਦੇ ਨਹੀਂ ਉੱਥੋਂ ਉਹਨਾਂ ਚ? ਅਸੀਂ ਧਰਨਾ ਨਹੀਂ ਆਪਦਾ ਚੱਕਦੇ, ਸਾਡਾ ਟਰੈਕਟਰ ਟਰਾਲੀਆਂ ਲੱਗੇ ਪਏ ਨੇ। ਬਿਲਕੁਲ ਆਵੇ ਕੋਈ ਆਵੇ ਸਾਰਾ ਸਮਾਨ ਲੈ ਲਿਆ ਜੀ? ਹਾਂ ਜੀ, ਰਜਾਈ ਰਜੂਈ? ਹਾਂ ਜੀ, ਹਾਂ ਸਾਰਾ ਕੁਝ ਪਾਇਆ ਵਾ। ਕਿਆ ਬਾਤ ਹੈ ਜੀ। ਦੋ ਸ਼ਬਦ ਮੋਦੀ ਬਾਰੇ। ਮੋਦੀ ਨੂੰ ਤਾਂ ਰੱਦ ਕਰਨੀ ਪੈਣਗੇ ਜੀ, ਬੇੜਾ ਅੱਛਾ, ਰੱਦ ਕਰਾਏ ਬਿਨਾਂ ਦਾ ਅਸੀਂ ਮੋਟੋ ਜੀ। ਪਿੰਡ ਪਿੱਥੋਂ ਹੈ ਜੀ ਤੇ ਮੈਂ ਬਾਰੇ ਪੁੱਛਣਾ ਦੱਸੋ ਜੀ। ਕਹਿੰਦਾ ਕਿਸਾਨਾਂ ਨੇ ਜਾ ਕੇ ਕਹਿੰਦਾ ਵਿੱਚ ਦਿੱਲੀ ਦੇ ਖੜ ਗਿਆ। ਹਾਂ, ਅੰਬਰ ਦੀ ਹੱਕ ਦੇਖ ਕੇ ਸੜ ਗਈ ਧਰਤੀ, ਘੁੱਟ ਸਬਰ ਦੀ ਭਰ ਗਈ, ਕੰਧਾਂ ਤਾਹਾਂ ਮਾਰਦੀਆਂ, ਪੱਟੀਆਂ ਜਾਣ ਜੜਾਂ ਓਏ ਇਸ ਦੀਆਂ ਮੋਦੀ ਸਰਕਾਰ ਦੀਆਂ ਪੱਟੀਆਂ ਜਾਣ ਜੜਾਂ ਓਏ ਭਾਜਪਾ ਸਰਕਾਰ ਦੀਆਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮਨਜੀਤ ਦੇਖੋ, ਤੁਸੀਂ ਤਸਵੀਰਾਂ ਵੇਖੀਆਂ ਕਿਸ ਤਰੀਕੇ ਨਾਲ ਲੋਕ ਉੱਥੇ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਸੀ ਜਾਂ ਪਹੁੰਚ ਰਹੇ ਨੇ ਤੇ ਅਕਸਰ ਤੁਸੀਂ ਵੱਖ-ਵੱਖ ਤਸਵੀਰਾਂ ਵੇਖੀਆਂ ਹੋਣੀਆਂ। ਮੈਂ ਨਾਲ ਦੀ ਨਾਲ ਤਸਵੀਰਾਂ ਵੀ ਦੱਸ ਦਿੰਨਾ। ਇੱਕ ਛੋਟੀ ਦੀ ਵੀਡੀਓ ਕਲਿੱਪ ਹੋਰ ਮੇਰੇ ਕੋਲ ਆਈ ਆ। ਦੇਖੋ ਪਜੈਰੋ ਗੱਡੀ ਦਿਖ ਰਹੀ ਆ, ਪਜੈਰੋ ਗੱਡੀ ਦੇ ਨਾਲ ਫੋਰਚੂਨਰ ਵੀ ਆ, ਥੋੜੀ ਦੀ ਬਾਅਦ ਚ ਹੀ ਆਣੀ ਆ, ਪਹਿਲਾਂ ਪਜੈਰੋ ਦੀ ਦੇਖ ਲਈਏ। ਤੇ ਇਹਦੇ ਨਾਲ ਜਿਹੜੀ ਆ ਟਰੈਕਟਰ ਟਰਾਲੀ ਜਿਹੜੀ ਹੁੰਦੀ ਆ, ਟਰਾਲੀ ਦੇ ਨਾਲ ਲੱਦੀ ਹੋਈ ਆ, ਜਿਹਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਸਿੰਘੂ ਬਾਰਡਰ ਵੱਲ ਕੂਚ ਕੀਤਾ ਜਾ ਰਿਹਾ। ਹਾਲਾਂਕਿ ਮੈਂ ਕੋਸ਼ਿਸ਼ ਬੜੀ ਕੀਤੀ ਕਿ ਇਹ ਪੰਜਾਬ ਦੀ ਕਿਹੜੀ ਥਾਂ ਦੀ ਆ, ਇਹਦੀ ਲੋਕੇਸ਼ਨ ਲੱਭ ਲਵਾਂ, ਲੇਕਿਨ ਜਿਹੜੀ ਲੋਕੇਸ਼ਨ ਇੰਨੀ ਕਹਿ ਸਕਦੇ ਆ ਕਿ ਪੰਜਾਬ ਤੋਂ ਜਿਹੜੇ ਸੀ ਸਿੰਘੂ ਬਾਰਡਰ ਵੱਲ ਜਾ ਰਹੇ ਸੀ, ਜਿਹੜੀਆਂ ਟਰੈਕਟਰ ਟਰਾਲੀਆਂ ਭਰ ਕੇ ਲੈ ਜਾ ਰਹੇ ਸੀ, ਜਿਹਦੇ ਵਿੱਚ ਖਾਣ ਪੀਣ ਦੀਆਂ ਤੇ ਜ਼ਰੂਰੀ ਸਮਾਨ ਸੀਗਾ, ਉਹ ਟਰਾਲੀਆਂ ਨੇ। ਤੇ ਇਹੋ ਜਿਹੀਆਂ ਤਸਵੀਰਾਂ ਜਦ ਸਾਹਮਣੇ ਆਉਂਦੀਆਂ ਨੇ ਤਾਂ ਕਿੱਥੇ ਨਾ ਕਿੱਥੇ ਜਿਹੜਾ ਹੌਸਲਾ ਆਟੋਮੈਟਿਕਲੀ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ 7ਵੇਂ ਆਸਮਾਨ ਤੇ ਪਹੁੰਚ ਰਿਹਾ। ਹੁਣ 7ਵੇਂ ਤਰੀਕ ਜਿਹੜਾ ਕੁਝ ਘੰਟੇ ਰਹਿ ਗਏ ਨੇ ਮਨਜੀਤ, ਟਰੈਕਟਰ ਮਾਰਚ ਜਿਹੜਾ ਉਹ ਸ਼ੁਰੂ ਹੋ ਜਾਣਾ। ਬੀਬੀਆਂ ਵੀ ਉਹਦੇ 'ਚ ਹਿੱਸਾ ਲੈਣਗੀਆਂ। ਹਾਲਾਂਕਿ ਮਾਰਚ ਜਿਹੜਾ ਉਹਦੀ ਪਰੇਡ ਆ, ਇੱਕ ਰਿਹਰਸਲ ਆ, ਜਿਹੜਾ 26 ਤਰੀਕ ਦੀ ਤਿਆਰੀ ਕਰ ਰਹੇ ਨੇ। ਜੇ ਸਰਕਾਰ ਨਹੀਂ ਮੰਨੀ, ਕਿਉਂਕਿ ਅੜੀਆਂ ਤਾਂ ਦੋਨੋਂ ਪਾਸੇ ਦੀਆਂ ਚੀਜ਼ਾਂ ਨੇ, ਲੇਕਿਨ ਸਰਕਾਰ ਵਾਲਾ ਰੁਖ ਵੀ ਆ ਤੇ ਕਿੱਥੇ ਨਾ ਕਿੱਥੇ ਜਿਹੜਾ ਕਿਸਾਨਾਂ ਨੇ ਇੱਕ ਸਵਾਲ ਚੱਕਿਆ ਸੀ ਕਿ ਜੇਕਰ ਸਰਕਾਰ ਇਹ ਕਾਨੂੰਨ ਵਾਪਸ ਵੀ ਲੈ ਲੈਂਦੀ ਹੈ ਤਾਂ ਉਹਨੂੰ ਨੁਕਸਾਨ ਕੀ। ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅੜੀਅਲ ਰਵੱਈਆ ਥੋੜਾ ਜਿਹਾ ਛੱਡ ਦੇਵੇ ਤੇ ਉਹਨਾਂ ਬੀਵੀਆਂ ਬੱਚਿਆਂ ਵਾਲੇ ਪਾਸੇ ਵੀ ਮਨਜੀਤ ਸੋਚ ਲਵੇ। ਤੇ ਦੇਖੋ ਪੰਜਾਬ ਦੀ ਜਾਂ ਕੇਂਦਰ ਦੀ ਰਾਜਨੀਤੀ ਤਾਂ ਗਰਮਾਈ ਹੋਈ ਹੈ, ਵੋਟ ਬੈਂਕ ਤੇ ਰੋਟੀ ਬੈਂਕ ਸਾਰਿਆਂ ਦੇ ਇੱਕ ਬਰਾਬਰ ਚੱਲ ਰਿਹਾ, ਲੇਕਿਨ ਜਿਹੜੀ ਮੁਸੀਬਤ ਆ ਰਹੀ ਹੈ ਉਹ ਸਿਰਫ ਕਿਸਾਨਾਂ ਤੇ ਆ ਰਹੀ ਹੈ। ਕਿਸਾਨਾਂ ਦਾ ਪਰਿਵਾਰ ਦਾ ਖਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਚੱਲੇਗਾ, ਇਹ ਬਹੁਤ ਵੱਡੀ ਸੋਚਣ ਵਾਲੀ ਗੱਲ ਆ। ਦੇਖੋ ਜੀਓ ਦੇ ਟਾਵਰਾਂ ਦਾ ਮਸਲਾ ਸੀ, ਉਹ ਵੀ ਕੋਰਟ ਪਹੁੰਚ ਗਿਆ ਤੇ ਉਹਦੇ ਤੇ ਬਾਦ ਵਿਵਾਦ ਉਤਪਨ ਹੋ ਗਿਆ। ਇੱਕ ਬੜੀ ਜਦ ਸੁਲਝੇ ਹੋਏ ਲੋਕਾਂ ਨਾਲ ਮੈਂ ਇਹੋ ਜਿਹੇ ਵਿਚਾਰਾਂ ਤੇ ਜਾਂ ਇਹੋ ਜਿਹੀਆਂ ਖਬਰਾਂ ਤੇ ਉਹਨਾਂ ਦੇ ਵਿਚਾਰ ਸੁਣਦਾ ਤਾਂ ਉਹਨਾਂ ਨੇ ਕਿਹਾ ਕਿ ਜੀਓ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਪੰਜਾਬ ਦੇ ਵਿੱਚ, ਤਾਂ ਭਲੇ ਲੋਕੋ ਇਹ ਦੱਸ ਦੇਣ ਕਿ ਉਹਨਾਂ ਟਾਵਰਾਂ ਦੇ ਵਿੱਚ ਕਿ ਅੰਬਾਨੀ ਜਾਂ ਅਡਾਨੀ ਦੇ ਆ ਕੇ ਪਰਿਵਾਰ ਦੇ ਜਾਂ ਘਰ ਦੇ ਬੰਦੇ ਲੱਗੇ ਹੋਏ ਸੀ, ਪੰਜਾਬ ਦੇ ਜੀ ਜਾਂ ਪੰਜਾਬ ਦੇ ਵੱਖਲੇ ਸੂਬਿਆਂ ਦੇ ਲੋਕਾਂ ਨੂੰ ਹੀ ਉਹੀ ਰੋਜ਼ਗਾਰ ਮਿਲਿਆ ਸੀ। ਹੁਣ ਉਹ ਟਾਵਰ ਠੱਪ ਹੋ ਗਏ, ਉਹਨਾਂ ਲੋਕਾਂ ਦਾ ਰੋਜ਼ਗਾਰ ਪਤਾ ਨਹੀਂ ਹੈ ਜਾਂ ਚਲਾ ਗਿਆ, ਉਹਨਾਂ ਨੂੰ ਉਹਦੀ ਭਰਪਾਈ ਹੋਈ ਜਾਂ ਨਹੀਂ ਹੋਈ ਆ। ਤੇ ਘੱਟੋ ਘੱਟ ਭਲੇ ਲੋਕੋ ਉਹ ਤਾਂ ਕੰਮ ਕਰੋ ਜਿਹਦੇ ਨਾਲ ਸਾਰਿਆਂ ਨੂੰ ਸਮਾਜ ਸੇਵਾ ਜਾਂ ਜਨ ਸੇਵਾ ਦੀ ਅਸੀਂ ਭਾਵਨਾ ਦੀ ਗੱਲ ਕਰਦੇ ਆ, ਤਾਂ ਕਿਸੇ ਦਾ ਨੁਕਸਾਨ ਤਾਂ ਨਾ ਕਰੋ। ਹੁਣ ਕੋਰਟ ਦੇ ਵਿੱਚ ਮਨਜੀਤ ਇਹ ਮਸਲਾ ਚੱਲ ਰਿਹਾ। ਮੈਂ ਕੋਈ ਅਡਾਨੀ ਹੈ ਜਾਂ ਅੰਬਾਨੀ ਹੈ, ਬੀਜੇਪੀ ਜਾਂ ਕਾਂਗਰਸ ਦਾ ਕਿਸੇ ਦਾ ਪ੍ਰਚਾਰਕ ਨਹੀਂ, ਲੇਕਿਨ ਜਾਇਜ਼ ਗੱਲ ਇਹੀ ਹੈ ਕਿ ਦੇਖੋ ਪਹਿਲਾਂ ਲੋਕਾਂ ਕੋਲ ਰੋਜ਼ਗਾਰ ਨਹੀਂ, ਉਤੋਂ ਅਸੀਂ ਇਹੋ ਜਿਹੇ ਕਾਰੇ ਕਰਦੇ ਫਿਰਦੇ ਆ ਕਿ ਜਿੱਥੇ ਸਰਕਾਰਾਂ ਨੂੰ ਆਪ ਹੋਰ ਕੋਈ ਰਾਹ ਨਹੀਂ ਲੱਭ ਰਹੇ, ਮਸਲੇ ਪਹਿਲਾਂ ਉਲਝੇ ਹੋਏ ਆ, ਤੁਸੀਂ ਨਵੇਂ ਵਿਖੇੜੇ ਤਿਆਰ ਕਰ ਦੋ। ਤੇ ਇਹੋ ਜਿਹੇ ਲੋਕਾਂ ਨੂੰ ਵੀ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਤੇ ਸੋਚ ਸਮਝ ਕੇ ਕਦਮ ਚੱਕਣੇ ਚਾਹੀਦੇ ਕਿ ਜੀਓ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਉਹ ਵੀ ਤਾਂ ਸਾਡੇ ਆਪਣੇ ਸੀ,
ਸੀ ਜੇਕਰ ਉਹਨਾਂ ਲੋਕਾਂ ਦਾ ਰੋਜ਼ਗਾਰ ਚਲਾ ਗਿਆ, ਉਹਨਾਂ ਲੋਕਾਂ ਦਾ ਕੰਮਕਾਰ ਠੱਪ ਹੋ ਗਿਆ ਤਾਂ ਉਹ ਸੋਚਣਾ ਚਾਹੀਦਾ ਸੀ। ਮੈਂ ਕੋਈ ਉਹਨਾਂ ਦੇ ਫੇਵਰ ਜਾਂ ਅਨਫੇਵਰ ਚ ਨਹੀਂ ਬੋਲ ਰਿਹਾ, ਲੇਕਿਨ ਇੱਕ ਛੋਟੀਆਂ ਵੱਡੀਆਂ ਗੱਲਾਂ ਅਕਸਰ ਵੇਖਣੀਆਂ ਪੈਂਦੀਆਂ ਨੇ ਕਿ ਕਾਫੀ ਲੋਕਾਂ ਦਾ 2020 ਚ ਰੋਜ਼ਗਾਰ ਗਿਆ। ਉਸ ਦੇ ਨਾਲ ਹੁਣ ਜਿਹੜਾ ਮਸਲਾ ਹੁਣ ਹਾਈ ਕੋਰਟ ਦੇ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਚੀਜ਼ਾਂ ਚੱਲ ਹੀ ਰਹੀਆਂ, ਪੰਜਾਬ ਸਰਕਾਰ ਤੋਂ ਜਵਾਬਦੇਹੀ ਮੰਗੀ ਆ, ਲੇਕਿਨ ਸੁਪਰੀਮ ਕੋਰਟ ਨੂੰ ਵੀ ਚਿੰਤਾ ਹੋ ਗਈ ਆ ਕਿਉਂਕਿ ਇਸ ਤਰੀਕੇ ਦੇ ਜਿਹੜਾ ਅੰਦੋਲਨ ਚੱਲ ਰਿਹਾ ਜਿਹਦੇ ਦੇ ਵਿੱਚ ਇੱਕ ਯਾਚਕਾ ਦਾਇਰ ਹੋਈ ਸੀ, ਉਹਦੀ ਸੁਣਵਾਈ ਹੋਈ ਸੀ ਦਸੰਬਰ ਨੂੰ, ਹੁਣ ਜਾ ਕੇ ਹੋਣੀ ਆ 12 ਜਾਂ 13 ਤਰੀਕ ਨੂੰ, ਤੇ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੂੰ ਇਹਦੀ ਚਿੰਤਾ ਹੋ ਗਈ ਹੈ ਕਿ ਜਿਹੜੇ ਅੰਦੋਲਨ ਦਾ ਜਿਹੜਾ ਗੱਲਬਾਤਾਂ ਰਾਹੀਂ ਹੱਲ ਨਹੀਂ ਨਿਕਲ ਰਿਹਾ, 42-43 ਦਿਨ ਹੋ ਗਏ ਤਾਂ ਉਹਦਾ ਹੱਲ ਕਦ ਹੋਏਗਾ? ਹੁਣ ਸੁਣਵਾਈ ਵਾਲੇ ਦਿਨ ਨਹੀਂ ਪਤਾ ਲੱਗਣਾ। ਕਾਨੂੰਨ ਵੀ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ, ਲੇਕਿਨ ਸਰਕਾਰਾਂ ਨੂੰ ਵੀ ਚਾਹੀਦਾ ਕਿ ਜੇਕਰ ਕਾਨੂੰਨ ਕੁਝ ਕਹਿ ਰਿਹਾ, ਕਮੇਟੀ ਬਣਾਉਣ ਨੂੰ ਕਹਿ ਰਿਹਾ ਤਾਂ ਕਮੇਟੀ ਬਣਾ ਲਓ। ਇਹਨਾਂ ਬਜ਼ੁਰਗ ਜਿਹੜੇ ਬੀਬੀਆਂ ਬਾਬੇ ਬੈਠੇ ਨੇ, 60 ਤੋਂ ਵੱਧ ਮੌਤਾਂ ਹੋ ਚੁੱਕੀਆਂ, ਕੌਣ ਇਹਦੇ ਲਈ ਜ਼ਿੰਮੇਵਾਰ? ਦੇਖੋ ਇੰਨੇ ਜ਼ਿਆਦਾ ਲੋਕਾਂ ਦਾ ਸਵਰਗਵਾਸ ਹੋਇਆ, ਕਿੰਨੇ ਘਰਾਂ ਦਾ ਰਾਸ਼ਨ ਪਾਣੀ ਬੰਦ ਹੋ ਜਾਣਾ ਜਦੋਂ ਇਹ ਅੰਦੋਲਨ ਬੰਦ ਹੋਣਾ। ਦੇਖੋ ਅੱਜ ਤਾਂ ਬੇਸ਼ੱਕ ਸਮਾਜ ਸੇਵੀ ਸੰਸਥਾਵਾਂ ਵੀ ਉੱਥੇ ਰਾਸ਼ਨ ਪਾਣੀ ਪਹੁੰਚਾ ਰਹੀਆਂ ਨੇ, ਸਰਕਾਰੀ ਨੁਮਾਇੰਦੇ ਵੀ ਕਰ ਜਾ ਕੇ ਜਿਨ੍ਹਾਂ ਲੋਕਾਂ ਦਾ ਸਵਰਗਵਾਸ ਆਇਆ, ਅਸੀਂ ਉਹਨਾਂ ਪ੍ਰਤੀ ਹਮਦਰਦੀ ਵਿਅਕਤ ਕਰਦੇ ਹਾਂ ਕਿਉਂਕਿ ਕਿਸੇ ਦੇ ਘਰ ਦਾ ਜੀ ਜਾਣਾ ਬਹੁਤ ਦਰਦਨਾਕ ਵਾਲੀ ਗੱਲ ਹੁੰਦੀ ਆ, ਦਰਦ ਭਰੀ ਵਾਲੀ ਗੱਲ ਹੁੰਦੀ ਆ, ਲੇਕਿਨ ਬਾਅਦ ਵਿੱਚ ਕੋਈ ਪੁੱਛ ਪਛਾਣ ਨਹੀਂ ਕਰਦਾ। ਭਾਵੇਂ ਉਹ ਦੇਸ਼ ਦੇ ਬਾਰਡਰ ਤੇ ਸ਼ਹੀਦ ਹੋਣ ਵਾਲਾ ਫੌਜੀ ਹੋਵੇ, ਉਹ ਉਨੀ ਦੇਰ ਮੱਥੇ ਤੇ ਸਲਾਮ ਠੋਕ ਕੇ ਜਾਂਦੇ ਨੇ ਜਿੰਨੀ ਦੇਰ ਉਹ 5-7-20 ਦਿਨ, ਉਸ ਤੋਂ ਬਾਅਦ ਕੋਈ ਸਰਕਾਰ ਦਾ ਨੁਮਾਇੰਦਾ ਮੈਨੂੰ ਨਹੀਂ ਲੱਗਦਾ ਕਿ ਪੁੱਛਦਾ ਹੋਏਗਾ ਜਾ ਕੇ। ਜੇਕਰ ਕੋਈ ਪੁੱਛਦਾ ਹੋਏਗਾ ਤਾਂ ਸਾਲ ਬਾਅਦ 15 ਅਗਸਤ ਜਾਂ 26 ਜਨਵਰੀ ਜਾਂ ਕੋਈ ਬੇਲਾ ਹੋਵੇਗਾ ਤਾਂ ਜਾ ਕੇ ਪੁੱਛਦੇ ਨੇ ਸੈਨਿਕ ਪਰਿਵਾਰਾਂ ਤੇ ਸ਼ਹੀਦ ਪਰਿਵਾਰਾਂ ਦੇ ਉਹਨਾਂ ਨੂੰ, ਲੋਕਾਂ ਨੂੰ, ਪਰਿਵਾਰਕ ਮੈਂਬਰਾਂ ਨੂੰ। ਤੇ ਇਹੋ ਜਿਹੀਆਂ ਚੀਜ਼ਾਂ ਦਾ ਸਾਨੂੰ ਮਨਜੀਤ ਅਕਸਰ ਧਿਆਨ ਰੱਖਣਾ ਚਾਹੀਦਾ। ਤੇ ਰਾਜਨੀਤੀ ਵਾਲਿਆਂ ਨੇ ਤਾਂ ਰਾਜਨੀਤੀ ਕਰਨੀ ਆ ਕਿਉਂਕਿ ਆਉਣ ਵਾਲੇ ਦਿਨਾਂ 'ਚ ਵੈਸੇ ਵੀ ਚੋਣਾਂ ਨੇ, ਭਾਵੇਂ ਫਰਵਰੀ ਦੇ ਵਿੱਚ ਐਮਸੀ ਚੋਣਾਂ ਦੀ ਗੱਲ ਕਰ ਲਈਏ। ਹੁਣ ਦੇਖੋ ਪੰਜਾਬ ਦੇ ਵਿੱਚ ਰਾਘਵ ਚੱਡਾ ਦੀ ਸ਼ੁਰੂ ਤੋਂ ਮੈਂ ਬਾਈਟ ਸੁਣਾਈ ਸੀ, ਉਹ ਬਾਈਟ ਸੀ ਉਸ ਮਸਲੇ ਦਾ ਹਿੱਸਾ ਜਿਹਨੂੰ ਲੈ ਕੇ ਵਿਵਾਦ ਉਤਪੰਨ ਹੋ ਗਿਆ। ਰਾਘਵ ਚੱਡਾ ਨੇ ਮਸਲਾ ਚੱਕਤਾ ਦਿੱਲੀ ਬੈਠਿਆਂ ਕਿ 2017 ਚ ਪੰਜਾਬ ਕਾਂਗਰਸ ਨੇ ਇੱਕ ਕਾਨੂੰਨ ਬਣਾਇਆ ਜਿਹਦੇ ਵਿੱਚ ਪਹਿਲਾਂ ਇਹ ਤਿੰਨੋਂ ਕਾਨੂੰਨ ਸੀਗੇ। ਹਾਲਾਂਕਿ ਭਰਤ ਭੂਸ਼ਣ ਆਸੂ ਦਾ ਇੱਕ ਬਿਆਨ ਵੀ ਆਇਆ, ਉਹ ਵੀ ਮੈਂ ਸੁਣਾਉਂਗਾ, ਲੇਕਿਨ ਸਭ ਤੋਂ ਪਹਿਲਾਂ ਰਾਘਵ ਚੱਡਾ ਤੇ ਅਕਾਲੀ ਦਲ ਵਾਲਿਆਂ ਦੀ ਉਹ ਬਿਆਨ ਸੁਣਾ ਦਵਾਂ। ਪਹਿਲਾਂ ਦਲਜੀਤ ਸਿੰਘ ਚੀਮਾ ਦੀ ਗੱਲ ਸੁਣ ਲਈਏ ਕਿਉਂਕਿ ਰਾਘਵ ਚੱਡਾ ਨੂੰ ਸ਼ਾਇਦ ਅਜੇ ਪੰਜਾਬ ਦੇ ਉਨੇ ਕੀ ਡੂੰਘੀਆਂ ਚੀਜ਼ਾਂ ਦਾ ਪਤਾ ਨਹੀਂ। ਦਲਜੀਤ ਸਿੰਘਾ ਦੀ ਗੱਲ ਸੁਣ ਲੈਂਦੇ ਆ, ਫਿਰ ਰਾਘਵ ਚੱਡਾ ਦੀ ਵੀ ਗੱਲ ਬੈਕ ਟੂ ਬੈਕ ਸੁਣਦੇ ਆ। ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇੱਕ ਝੂਠ ਨੂੰ ਦਬਾਉਣ ਵਾਸਤੇ ਵਾਰ-ਵਾਰ ਝੂਠ ਬੋਲਣੇ ਪੈ ਰਹੇ। ਕੱਲ ਭਾਰਤ ਭੂਸ਼ਣ ਆਸ਼ੂ ਜੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਿੰਨੇ ਕਾਲੇ ਕਾਨੂੰਨ ਲਾਗੂ ਹੈ। ਸਰਦਾਰ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਦੇ ਵਿੱਚ ਵੀ ਬਿਆਨ ਦਿੱਤਾ ਕਿ ਬਿਲਕੁਲ ਠੀਕ ਹੈ, ਲਾਗੂ ਤਾਂ ਹੈ ਹੀ ਹੈ। ਔਰ ਅੱਜ ਜਦੋਂ ਕਾਂਗਰਸ ਦਾ ਦਬਾਅ ਪਿਆ ਤੇ ਹੁਣ ਕਹਿੰਦੇ ਜੀ ਅਸੀਂ ਲਾਗੂ ਨਹੀਂ ਕੀਤੇ, ਨਾ ਕਰਨ ਦਿਆਂਗੇ। ਮੈਂ ਆਸ਼ੂ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਇਕੱਲੇ ਇਹ ਕਾਨੂੰਨ ਲਾਗੂ ਹੀ ਨਹੀਂ ਕੀਤੇ, ਇਹਨਾਂ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਵਿਧਾਨ ਸਭਾ ਦੇ ਵਿੱਚ ਤੁਸੀਂ ਸੁਪਰੀਮ ਕੋਰਟ ਜਾਣ ਦਾ ਰਸਤਾ ਵੀ ਬੰਦ ਕਰ ਦਿੱਤਾ ਹੋਇਆ। ਔਰ ਦੂਜੀ ਗੱਲ ਕਿ ਜੇ ਕੇਂਦਰ ਕਾਲੇ ਕਾਨੂੰਨ ਵਾਪਸ ਵੀ ਲੈ ਲੇ ਤੇ ਜਿਹੜੇ ਤੁਸੀਂ 2017 ਦੇ ਵਿੱਚ ਪਾਸ ਕੀਤੇ ਹੋਇਆ ਉਹ ਇਹੀ ਹੈ। ਇਸ ਕਰਕੇ ਪੰਜਾਬ ਤਾਂ ਕਸੂਤਾ ਫਸਿਆ ਹੋਇਆ ਹੈ ਕਿ ਜੇ ਉਹ ਵਾਪਸ ਵੀ ਹੋ ਗਏ ਤੇ ਪੰਜਾਬ ਵਾਲੇ ਜਿੰਨੀ ਦੇਰ ਵਾਪਸ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਕਾਲੇ ਕਾਨੂੰਨ ਲਾਗੂ ਹੀ ਰਹਿਣੇ। ਇਸ ਕਰਕੇ ਵਾਰ-ਵਾਰ ਝੂਠ ਨਾ ਬੋਲੋ, ਹੁਣ जनता ਨੂੰ ਤੁਹਾਡੀ सच्चाई पता लग चुकी है। पूरी कांग्रेस पार्टी प्रेस कॉन्फ्रेंस करती है। कांग्रेस के कुछ सांसद पंजाब से आए झूठ मूठ में रोजाना 15 मिनट जाकर जंतर मंतर बैठ जाते हैं कि हम तो यहाँ किसानों के हक की लड़ाई लड़ रहे हैं। बयान आ रहे हैं, मीडिया बाइट चल रही है, वीडियो जारी किए जा रहे हैं और ये दिखाने की कोशिश करी जा रही है कि हम ये 3 काले कानूनों का विरोध कर रहे हैं। लेकिन आज कुछ ऐसी चीज मैं आपके सामने रखना चाह रहा हूं जिससे सिद्ध हो जाता है कि कांग्रेस पार्टी और कैप्टन अमरिंदर साहब ने देश के किसान के साथ सबसे बड़ा धोखा, सबसे बड़ी गद्दारी करी। कांग्रेस के मिनिस्टर पंजाब के भारत भूषण आशू जी, जो लुधियाना वेस्ट हलके से विधानसभा से विधायक हैं और पंजाब सरकार में फूड एंड सिविल सप्लाईज और कंज्यूमर अफेयर्स के मंत्री हैं। फूड, सिविल सप्लाईज और कंज्यूमर अफेयर्स के मंत्री हैं। उनका नाम है भारत भूषण आशू। उन्हें आशू साहब के नाम से पंजाब में जाना जाता है। उन्होंने एक प्रेस कॉन्फ्रेंस करके ये कहा कि पंजाब में कैप्टन साहब की सरकार ने, कांग्रेस पार्टी की सरकार ने
ये 3 काले कानून लागू कर दिए हैं। ये उस प्रेस कॉन्फ्रेंस की खबर की कॉपी भी एक लोकल अखबार में पंजाब में छपी है, जो मैं लाया हूं आपको दिखाने के लिए, सोशल मीडिया पे चल रही है, आपके पास पहुंची भी। आशू साहब ने 3-4 बातें कही। पहला तो उन्होंने ये कहा कि ये 3 काले कानून हम लोगों ने पंजाब में कांग्रेस पार्टी की सरकार ने, मुख्यमंत्री अमरिंदर साहब ने लागू कर दिए। दूसरी चीज उन्होंने कहा कि पिछले कई महीनों से पंजाब में जो फसल की खरीद बेच हो रही है, वो खरीद बेच इन 3 काले कानूनों के हिसाब से हो रही है। पंजाब के बाहर का कोई भी किसान पंजाब में आकर अब बेच सकता है, और एमएसपी नाम की, मंडी नाम की अब कोई चीज बची नहीं है। ये 3 काले कानून लागू हो गए हैं। मुझे लगता है कि इससे बड़ी गद्दारी देश के किसान के साथ, हमारे देश की मिट्टी के साथ, पंजाब की मिट्टी के साथ हो नहीं सकती थी। कैप्टन अमरिंदर वो चीफ मिनिस्टर हैं जिन्होंने खुल के इन 3 काले कानूनों का विरोध करना थोड़े महीनों से शुरू किया। उन्होंने एक स्पेशल असेंबली सेशन बुलाया पंजाब विधानसभा का, और उसमें एक अमेंडमेंट बिल पास किया और कहा कि मैंने, कैप्टन अमरिंदर ने, पंजाब के मुख्यमंत्री ने इन 3 काले कानूनों को पंजाब में लागू होने से रोक दिया है। अब ये लोग ये काले कानून लागू नहीं कर पाएंगे मेरे सूबे में, मेरे पंजाब में। झूठ बोला, घड़ियाली आंसू बहाए, कैमरा के सामने झूठी साउंड बाइट्स दी, आप सबको, पत्रकारों को भी झूठ बोला और पंजाब सूबे की आवाम को भी झूठ बोला। कैप्टन अमरिंदर ने ये 3 काले कानून पंजाब में लागू कर दिए हैं, और ये मेरा आरोप नहीं है, ये कोई पॉलिटिकल आदमी, कोई पॉलिटिशियन, कोई एमएलए, कोई स्पोक्स पर्सन नहीं कह रहा है। ये कैप्टन साहब की खुद की सरकार के, खुद की कैबिनेट के एक वजीर, एक मंत्री भारत भूषण आशू साहब ने कहा है। मुझे लगता है कि इससे बड़ी गद्दारी पंजाब के साथ कांग्रेस पार्टी और कांग्रेस के मुख्यमंत्री कर नहीं सकते थे। ਤੇ ਮਨਜੀਤ ਤੁਸੀਂ ਸੁਣ ਲਿਆ, ਅਕਾਲੀ ਦਲ ਦੇ ਕਾਫੀ ਸੀਨੀਅਰ ਆਗੂ ਨੇ, ਸਿੱਖਿਆ ਮੰਤਰੀ ਨੇ, ਕਾਫੀ ਤਜਰਬੇਦਾਰ ਨੇ, ਜ਼ਮੀਨੀ ਪਕੜ ਰੱਖਦੇ ਨੇ ਰਾਜਨੀਤੀ ਨਾਲ ਵੀ, ਖੇਤੀਬਾੜੀ ਨਾਲ ਵੀ ਤੇ ਬਾਕੀ ਸਾਰੇ ਮਸਲਿਆਂ ਨਾਲ ਵੀ। ਹਾਲਾਂਕਿ ਹੋਰ ਵੀ ਕਈ ਮਸਲੇ ਨੇ, ਲੇਕਿਨ ਰਾਘਵ ਚੱਡਾ ਦੀ ਵੀ ਤੁਸੀਂ ਗੱਲ ਸੁਣ ਲਈ। ਇੱਕ ਗੱਲ ਮੈਂ ਪਹਿਲਾਂ ਵੀ ਸੁਣਾਈ ਸੀ ਜਿਹਦੇ 'ਚ ਇਹਨਾਂ ਨੇ ਅਸਤੀਫੇ ਦੀ ਮੰਗ ਕਰ ਲਈ ਸੀ, ਲੇਕਿਨ ਜਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹੋ ਜਿਹਾ ਉਤਾਰ ਚੜਾਵ ਆਉਂਦੇ ਨੇ, ਇਹੋ ਜਿਹੀਆਂ ਸਥਿਤੀਆਂ ਬਣਦੀਆਂ ਨੇ, ਤੇ ਖੇਤੀਬਾੜੀ ਕਾਨੂੰਨਾਂ ਦੀ ਜਿਹਨਾਂ ਦੀ ਗੱਲ ਹੋ ਰਹੀ ਆ, ਪੰਜਾਬ ਕਾਂਗਰਸ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਇਹੋ ਜਿਹਾ ਕੁਝ ਕਰਿਆ ਨਹੀਂ। ਹਾਲਾਂਕਿ ਰਾਘਵ ਚੱਡਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਉਹ ਪੁਰਾਣੀਆਂ ਤਸਵੀਰਾਂ ਵੀ ਦੱਸੀਆਂ, ਉਹ ਕਟਿੰਗ ਵੀ ਦੱਸੀ ਉਹਨਾਂ ਨੇ, ਲੇਕਿਨ ਗੱਲਾਂ ਸਿਰਫ ਇੱਥੇ ਤੱਕ ਹੀ ਨੇ ਜਾਂ ਹੋਰ ਵੀ ਕੁਝ ਹੈਗੀਆਂ, ਇਹ ਤਾਂ ਸਰਕਾਰੀ ਨੁਮਾਇੰਦਿਆਂ ਨੂੰ ਪਤਾ, ਕਿਉਂਕਿ ਜੋ ਤਸਵੀਰਾਂ ਜਾਂ ਜੋ ਬਿਆਨ ਸਾਹਮਣੇ ਆਉਂਦੇ ਨੇ ਉਹ ਮੀਡੀਆ ਦੇ ਵਿੱਚ ਤੂਲ ਬਣ ਜਾਂਦੇ ਨੇ। ਹਾਲਾਂਕਿ ਪਿਛਲੇ ਦਿਨੀ ਇੱਕ ਗੱਲ ਹੋਰ ਵੀ ਸਾਹਮਣੇ ਆਈ ਕਿ ਹੁਸ਼ਿਆਰਪੁਰ ਜਿਹੜਾ ਮਾਮਲਾ ਸੀ, ਭਾਜਪਾ ਦੇ ਕਾਫੀ ਵੱਡੇ ਲੀਡਰ ਨੇ ਸੂਦ ਸਾਹਿਬ, ਉਹਨਾਂ ਦੇ ਘਰ ਦੇ ਬੂਹੇ ਜਦ ਕਿਸਾਨਾਂ ਨੇ ਅੰਦੋਲਨ ਸਰੂਪ ਜਿਹੜਾ ਵਿਰੋਧ ਪ੍ਰਦਰਸ਼ਨ ਦੇ ਸਰੂਪ ਉੱਥੇ ਗੋਹਾ ਸੁੱਟਤਾ ਸੀ, ਤਾਂ ਉਸ ਤੋਂ ਬਾਅਦ ਜਿਹੜੀ FIR ਦਰਜ ਕੀਤੀ ਗਈ ਸੀ ਉੱਥੇ ਦੇ ਹੁਸ਼ਿਆਰਪੁਰ ਦੇ ਲੋਕਲ ਪੁਲਿਸ ਸਟੇਸ਼ਨ 'ਚ, ਤਾਂ ਹੁਣ ਉਹ SHO ਨੂੰ ਜਿਹੜਾ ਉਹਨੂੰ ਹਟਾਤਾ ਤੇ ਕੈਪਟਨ ਸਾਹਿਬ ਨੇ ਸ਼ਾਇਦ ਇਹ ਵੀ ਆਰਡਰ ਦਿੱਤਾ, ਕਿਉਂਕਿ ਉਸ FIR ਦੇ ਵਿੱਚ ਕਿਹਾ ਗਿਆ ਸੀ, ਹਾਲਾਂਕਿ ਵਿਰੋਧ ਸਰੂਪ ਜਿਹੜਾ ਸੀ ਉਹ ਕਿਸਾਨਾਂ ਵੱਲੋਂ ਉੱਥੇ ਵਿਰੋਧ ਕੀਤਾ ਗਿਆ ਸੀ, ਗੋਹਾ ਸੁੱਟਿਆ ਗਿਆ ਸੀ, ਲੇਕਿਨ ਉਹ FIR ਜਿਹੜੀ ਦਰਜ ਕੀਤੀ ਗਈ ਸੀ ਉਹਦੇ 'ਚ ਕਿਹਾ ਗਿਆ ਸੀ ਕਿ ਮੇਰੇ ਨੂੰ ਜਾਨ ਤੋਂ ਮਾਰਨ ਦਾ ਖਤਰਾ। ਭਾਜਪਾ ਦੇ ਕਾਫੀ ਲੀਡਰ ਨੇ ਅੱਜ ਕੱਲ ਕਾਫੀ ਕਹਿ ਰਹੇ ਨੇ ਕਿ ਸਾਨੂੰ ਜਾਨ ਦਾ ਖਤਰਾ, ਹਾਲਾਂਕਿ ਸਿਕਿਉਰਿਟੀ ਵਧਾਈ ਵੀ ਜਾ ਸਕਦੀ ਹੈ ਭਾਜਪਾ ਵਾਲਿਆਂ ਦੀ। ਗਵਰਨਰ ਸਾਹਿਬ ਨੂੰ ਮਿਲ ਚੁੱਕੇ ਨੇ, ਉਸ ਤੋਂ ਬਾਅਦ ਕੀ ਕੁਛ ਕਿਹਨੂੰ ਗਵਰਨਰ ਸਾਹਿਬ ਨੇ ਤਲਬ ਕੀਤਾ ਸੀ, ਲਗਾਤਾਰ ਆਪਣੇ ਦਰਸ਼ਕਾਂ ਨੂੰ ਦੱਸਦੇ ਰਹੇ ਮਨਜੀਤ। ਲੇਕਿਨ ਜਿਹੜਾ ਮਸਲਾ ਉੱਠ ਰਿਹਾ ਹੁਣ ਦੁਬਾਰਾ ਤੇ 3 ਕਾਨੂੰਨਾਂ ਦਾ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਲਾਗੂ ਕਰੇ ਹੋਏ ਨੇ, 2017 ਦੇ ਵਿੱਚ ਜਦ ਵਿਧਾਨ ਸਭਾ ਬਣੀ ਸੀ, ਵਿਧਾਨ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਸੀ ਕੈਪਟਨ ਸਾਹਿਬ ਨੇ, ਤੇ ਅਕਾਲੀ BJP ਜਾਂ ਆਮ ਆਦਮੀ ਪਾਰਟੀ ਵਾਲੇ ਵੀ ਹੁਣ ਇਹਦੇ ਤੇ ਪੂਰੇ ਸਵਾਲ ਚੁੱਕ ਰਹੇ ਨੇ। ਲੇਕਿਨ ਇਹਦਾ ਜਵਾਬ ਕਿੱਦਾਂ ਜਿਹੜਾ ਉਹ ਭਾਜਪਾ ਦੇ, ਮਾਫੀ ਚਾਹੂੰਗਾ, ਕਾਂਗਰਸ ਦੇ ਕੈਬਨਿਟ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਸਾਹਿਬ ਲੁਧਿਆਣਾ ਤੋਂ, ਉਹਨਾਂ ਨੇ ਕਿਵੇਂ ਬਿਆਨ ਦਿੱਤਾ, ਕਿਉਂਕਿ ਉਹਨਾਂ ਕੋਲ ਇਹੋ ਜਿਹਾ ਡਿਪਾਰਟਮੈਂਟ ਵੀ ਇਹੀ ਆ, ਤੇ ਉਹਨਾਂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ ਫਿਰ ਅੱਗੇ ਵਧਦੇ ਹਾਂ। ਕੁਛ ਐਸਾ ਕੁਛ ਨਹੀਂ ਹੋਇਆ, ਇਹ ਸਾਰਾ ਭਰਮਾਉਣ ਦੀ ਕੋਸ਼ਿਸ਼ ਪਹਿਲੇ ਦਿਨ ਤੋਂ ਜਾਰੀ ਹੈ। ਜਦੋਂ ਉਹ ਇਹਨਾਂ ਕਾਨੂੰਨਾਂ ਦੇ ਹੱਕ 'ਚ ਸੀਗੇ, ਇਹ ਉਦੋਂ ਵੀ ਇਹੀ ਗੱਲਾਂ ਕਹਿ ਰਹੇ ਸੀ 2017 ਇਹ ਹੋ ਗਿਆ। ਇਹ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ, ਜਦੋਂ ਉਹਨਾਂ ਨਾਲ ਗੱਲਬਾਤ ਹੋਈ ਸੀ, ਉਹ ਜਾਣੂ ਸੀਗੇ
ਕਿਉਂਕਿ ਬੇਸਿਕਲੀ ਉਹ ਜਿਹੜੀ ਹੁਣ ਗੱਲ ਤੋਂ ਹੁਣ ਤਾਂ ਸਾਰਿਆਂ ਨੂੰ ਇਹ ਪ੍ਰਤੱਖ ਹੀ ਹੋ ਗਿਆ ਵੀ ਸੈਂਟਰ ਗਵਰਨਮੈਂਟ ਸਾਰਾ ਕੁਝ ਬਦਲਣ ਨੂੰ ਤਿਆਰ ਹੈ, ਵੀ ਜੇਲ੍ਹ 'ਚ ਰੱਖ ਲਓ, ਅੰਦਰੋਂ ਸਾਰਾ ਕੁਝ ਬਦਲ ਦਿਓ, ਇਨਇਫੈਕਟਿਵ ਕਰ ਦਿਓ ਕਾਨੂੰਨਾਂ ਨੂੰ, ਇਹੋ ਜਿਹੀ ਗੱਲ ਹੋ ਗਈ। ਪਰ ਉਹ ਕਿਸਾਨ ਜਥੇਬੰਦੀਆਂ ਫਸੀਆਂ ਕਿਉਂ ਖੜੀਆਂ? ਉਹ ਸਿਰਫ ਇਸੇ ਗੱਲ ਤੋਂ ਫਸੀਆਂ ਖੜੀਆਂ ਵੀ ਜਿਹੜਾ ਇਹ ਕਾਨੂੰਨ ਬਣਾਉਣ ਦਾ ਅਖਤਿਆਰ ਆ ਉਹ ਸਟੇਟ ਗਵਰਨਮੈਂਟ ਨੂੰ ਹੈ। ਸਟੇਟ ਗਵਰਨਮੈਂਟ ਸੁਣੋ, ਸਟੇਟ ਗਵਰਨਮੈਂਟ 2017 2018 2019 'ਚ ਜੋ ਕਾਨੂੰਨ ਬਣਾਏਗੀ ਐਗਰੀਕਲਚਰ ਵਾਸਤੇ ਆਪਣੇ ਸੂਬੇ ਦੀ ਕਿਸਾਨੀ ਨੂੰ ਦੇਖ ਕੇ ਬਣਾਏਗੀ, ਤੇ ਉਹ ਸਟੇਟ ਗਵਰਨਮੈਂਟ ਜ਼ਿੰਮੇਵਾਰ ਹੋਏਗੀ। ਇਹ ਸੈਂਟਰ ਗਵਰਨਮੈਂਟ ਦੇ ਫੈਡਰਲ ਸਿਸਟਮ ਦੇ ਵਿੱਚ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੇ ਜਿਹੜੇ ਅਖਤਿਆਰਾਤ ਨੇ, ਜਿਹੜੇ ਸਬਜੈਕਟ ਆ, ਵੰਡੇ ਹੋਏ ਆ। ਇਹ ਤਰੀਕੇ ਨਾਲ ਕਮਰਸ ਦੇ ਵਿੱਚੋਂ ਦੀ ਲਿਆ ਕੇ ਤੁਸੀਂ ਇਹਨਾਂ ਨੂੰ ਨਾਮ ਦੇ ਦਿਓ ਕ੍ਰਿਸ਼ੀ ਸੁਧਾਰ ਤੇ ਫਾਇਦਾ ਕਰੋ ਕਾਰਪੋਰੇਟ ਤੇ ਵਪਾਰੀਆਂ ਦਾ। ਇਹ ਉਹ ਕਹਿੰਦੇ ਪਏ ਨੇ ਵੀ ਇਹਨਾਂ ਨੂੰ ਜਿਹੜਾ ਮੁੱਢੋਂ ਹੀ ਤੁਸੀਂ ਰਿਪੀਲ ਕਰੋ, ਇਹਨਾਂ ਨੂੰ ਰੱਦ ਕਰੋ। ਇਹੀ ਕਿਸਾਨ ਜਥੇਬੰਦੀਆਂ ਕਹਿ ਰਹੇ ਆ, ਤੇ ਇਹ ਚੀਮਾ ਸਾਹਿਬ ਭਰਮਾਉਣ ਦੀ ਕੋਸ਼ਿਸ਼ ਨਾ ਕਰਨ। ਪੰਜਾਬ ਦਾ ਕਿਸਾਨ ਬੜਾ ਪੜ੍ਹਿਆ ਲਿਖਿਆ, ਅੱਜ ਤਾਂ ਅਖਬਾਰਾਂ 'ਚ ਆ ਰਹੇ ਆ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਆ ਉਹਨਾਂ ਦੇ ਮਗਰ ਡਿਗਰੀਆਂ ਕਿੰਨੀਆਂ ਕੁ ਲੱਗੀਆਂ ਹੋਈਆਂ। ਉਹ ਇਹੋ ਜਿਹੀਆਂ ਗੱਲਾਂ ਨਾਲ ਭਰਮਾਏ ਨਹੀਂ ਜਾਣੇ। ਸਰ ਸਵਾਲ ਉਹ ਕਹਿੰਦੇ ਵੀ ਜੇਕਰ ਰੱਦ ਹੋ ਜਾਂਦੇ ਕਾਨੂੰਨ ਕੇਂਦਰ ਕਰ ਦਿੰਦੀ ਹੈ ਤਾਂ ਵੀ ਰਾਹਤ ਨਹੀਂ ਮਿਲਣੀ ਕਿਸਾਨਾਂ ਨੂੰ। ਬਿਲਕੁਲ ਰਾਹਤ ਮਿਲੇਗੀ। ਅਮੈਂਡਮੈਂਟ ਕਰਕੇ ਸੁਪਰੀਮ ਕੋਰਟ ਜਾਣ ਦਾ ਰਸਤਾ ਵੀ ਬੰਦ ਕਰ ਦਿੱਤਾ 2017 'ਚ। ਉਹਨਾਂ ਨੂੰ ਕਹੋ ਜੀ ਬਿਲਕੁਲ ਤੁਸੀਂ ਭੁਲੇਖਿਆਂ 'ਚ ਨਾ ਰਹੋ, ਨਾ ਕੋਈ ਕਿਸੇ ਦੇ ਕਿਸੇ ਕੋਰਟ 'ਚ ਜਾਣ ਦੇ ਰਾਸਤੇ ਬੰਦ ਹੋਏ ਆ। ਸਰਕਾਰਾਂ ਨੂੰ ਕੰਮ ਕਰਨਾ ਆਉਂਦਾ, ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ, ਚਾਹੇ ਉਹ ਪੰਜਾਬ ਹੋਵੇ, ਪੰਜਾਬੀਅਤ ਹੋਵੇ, ਪੰਜਾਬ ਦਾ ਪਾਣੀ ਹੋਵੇ, ਪੰਜਾਬ ਦੀ ਕਿਸਾਨੀ ਹੋਵੇ, ਕਿਸੇ ਹੱਦ ਤੱਕ ਜਾਣ ਨੂੰ ਤਿਆਰ ਆ। ਉਹਨਾਂ ਨੇ ਐਲਾਨ ਵੀ ਕੀਤਾ ਹੋਇਆ। ਤੇ ਮਨਜੀਤ, ਤੁਸੀਂ ਆਪ ਸੁਣਿਆ ਕਿ ਕਿਸ ਤਰੀਕੇ ਨਾਲ ਜਿਹੜੀ ਆ ਉਹ ਸਿਆਸਤ ਜਿਹੜੀ ਆ ਉਹ ਗਰਮਾਈ ਹੋਈ ਆ। ਹਾਲਾਂਕਿ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ 8 ਤਰੀਕ ਨੂੰ ਕਿ ਇਹ ਮਸਲਾ ਇੱਥੇ ਰੁਕਦਾ ਜਾਂ ਜਿਹੜੇ ਮਸਲੇ ਉੱਠ ਰਹੇ ਨੇ। ਹੈ ਤਾਂ ਹੁਣ 2022 ਦੀ ਸਾਰੀਆਂ ਪਾਰਟੀਆਂ ਤਿਆਰੀ, ਲੇਕਿਨ ਕਿਸਾਨਾਂ ਵਾਲੇ ਪਾਸੇ ਵੀ ਸੋਚ ਲੈਣਾ ਚਾਹੀਦਾ, ਉਹਨਾਂ ਜੀਆਂ ਪਾਸੇ ਵੀ ਸੋਚ ਲੈਣਾ ਚਾਹੀਦਾ ਜਿਹੜੇ ਧਰਨੇ ਤੇ ਲਗਾਤਾਰ ਬੈਠੇ ਹੋਏ ਨੇ ਇਹਨੇ ਠੰਡ ਦੇ ਵਿੱਚ। ਤੇ ਭਲੇ ਲੋਕੋ ਥੋੜੀ ਜੀ ਜਿਹੜੀ ਸਹਾਨੂਭੂਤੀ ਤੇ ਸੰਵੇਦਨਾ ਰੱਖੋ। ਹੁਣ ਟਰੈਕਟਰ ਮਾਰਚ ਕੱਢਿਆ ਜਾਣਾ, ਹਰ ਇੱਕ ਚੀਜ਼ ਨੂੰ ਅਲੱਗ-ਅਲੱਗ ਤਰੀਕੇ ਨਾਲ ਨਾ ਪੇਸ਼ ਕਰੋ ਜਿਸ ਤੇ ਮਾਹੌਲ ਜਿਹੜਾ ਸਮਾਜਿਕ ਤੌਰ ਤੇ ਵੀ ਖਰਾਬ ਹੋ ਜਾਵੇ, ਵਿਅਕਤੀਗਤ ਤੌਰ ਤੇ ਵੀ ਖਰਾਬ ਹੋ ਜਾਏ, ਤੇ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਨਵਾਂ ਜਿਹੜਾ ਉਹ ਮੌਕਾ ਮਿਲ ਜਾਏ। ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੇ ਮਨਜੀਤ ਇੱਕੋ ਜਿਹੇ ਹੁੰਦੇ, ਲੇਕਿਨ ਬਿਆਨ ਹੁੰਦੇ ਨਾ ਕਈ ਵਾਰੀ ਕੱਟ ਵੱਢ ਕੇ ਮੀਡੀਆ ਵਾਲੇ ਕੁਛ ਇੱਕ ਹੁੰਦੇ ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ ਅਕਸਰ। ਮੈਨੂੰ ਤਾਂ ਖੈਰ ਪਤਾ ਨਹੀਂ, ਜੇਕਰ ਕਿਸੇ ਕੋਲ ਕੋਈ ਡੈਫੀਨੇਸ਼ਨ ਜਾਂ ਕੋਈ ਕਾਰਡ ਹੋਵੇ ਤਾਂ ਮੈਨੂੰ ਵੀ ਦੱਸ ਦੇਣ ਕਿ ਉਹ ਗੋਦੀ ਮੀਡੀਆ ਹੈ ਕਿਹੜਾ। ਤਾਂ ਉਹ ਜਿਹੜੇ ਕਹਿੰਦੇ ਬਿਆਨ ਵੀ ਹੁਣ ਦੱਸਦੇ ਨੇ ਤਾਂ ਉਹ ਘੁਮਾ ਫਿਰਾ ਕੇ ਦੱਸ ਦਿੰਦੇ ਨੇ। ਤੇ ਹੁਣ ਜਿਹੜੇ ਮਸਲਾ ਚੱਲ ਰਿਹਾ ਤੇ ਰਾਜਨੀਤਿਕ ਮਸਲਾ ਨਾ ਇਹਨੂੰ ਬਣਾਇਆ ਜਾਵੇ। ਅੰਦੋਲਨ ਜਿਹੜਾ ਸਰਕਾਰ ਨੂੰ ਸਮਝਣਾ ਚਾਹੀਦਾ ਤੇ ਮੋਦੀ ਸਾਹਿਬ ਨੂੰ ਕਿਥੇ ਸ਼ਾਇਦ ਸੰਗਿਆਨ ਲੈ ਲੈਣਾ ਚਾਹੀਦਾ, ਕਿਉਂਕਿ ਹੁਣ ਵਕਤ ਬਹੁਤ ਹੋ ਗਿਆ ਤੇ ਇਹ ਨਾ ਹੋਵੇ ਕਿ 2023 ਤੋਂ ਬਾਅਦ ਜਿਹੜਾ ਨੁਕਸਾਨ ਦੀ ਇਹ ਭਰਪਾਈ ਉਹਨਾਂ ਨੂੰ ਕਰਨੀ ਪੈ ਜਾਵੇ। ਜੀ ਸੁਨੀਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਪੂਰੀ ਜਾਣਕਾਰੀ ਦੇਣ ਲਈ। ਹੁਣ ਦੇ ਲਈ ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ। ਧੰਨਵਾਦ।